ਵੀਰ ਜੀ ਸਮੱਸਿਆ ਤਾਂ ਇਹ ਹੈ ਯਾਰ ਲਾਏ ਪਏ ਨੇ ਜੀ ਇਹਦਾ ਯਾਨੀ ਕਿ ਕੋਈ ਹੱਲ ਨਹੀਂ ਹੋਇਆ। ਇਹਦੇ ਸਾਰੇ ਝੂਠੇ ਵਾਅਦੇ ਲਿਖੇ ਹੋਏ ਨੇ ਜੀ। ਕੌਣ ਲਿਖ ਕੇ ਇਹ ਧਰਮ ਸੋਤ ਕਰਕੇ ਗਏ ਸਾਧੂ। ਇੱਥੇ ਸਾਰਾ ਜਿੰਨਾ ਵਿਹੜਿਆਂ ਦਾ ਪਾਣੀ ਆ ਉਹ ਸਾਰਾ ਮੇਰੇ ਅੰਦਰ ਆਉਂਦਾ ਜੀ। ਮੇਰਾ ਮਕਾਨ ਡਿੱਗਣ ਨੂੰ ਤਿਆਰ ਆ। ਅੱਜ ਮੈਂ ਇਹ ਗੱਲ ਕਹਿ ਰਿਹਾ, ਜੇ ਕੱਲ ਨੂੰ ਮੇਰਾ ਕੋਈ ਵੱਡਾ ਨਵਾਂ ਨੁਕਸਾਨ ਹੋ ਗਿਆ ਜਾਂ ਕੋਈ ਮਰ ਗਿਆ, ਕੋਈ ਗੱਲਬਾਤ ਆ, ਤਾਂ ਇਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਜੀ। ਉਸ ਤੋਂ ਬਾਅਦ ਉਹਨੇ ਆਪਦੇ ਬਾਰ ਤੱਕ ਬੀਹੀ ਬਣਾ ਕੇ ਮੈਂਬਰ ਨੇ ਅੱਗੇ ਗਾਹਾਂ ਜਾਡੇ ਕੇਸ ਲਾਤਾ। ਰਹਿੰਦੀ ਖੁੰਦੀ ਬਾਰ 'ਚ ਰੂੜੀ ਲਾਤੀ। ਉਹ ਦੇਖੋ ਰਾਹ ਦੇ ਵਿੱਚ ਜਾ ਕੇ। ਸਾਡੇ ਤਾਂ ਆਪਦੀ ਨੇ ਜੀ, ਜਿਹੜੇ ਵਿੱਚ ਟੰਗਾਂ ਡਾਹ ਰਹੇ ਨੇਗੇ। ਖੁਦ ਇਹ ਜਿਹਦੀ ਜ਼ਮੀਨ ਹੈਗੀ, ਖੁਦ ਸਾਡਾ ਮੈਂਬਰ ਹੈਗਾ। ਆਪਦੀ ਸਾਰੀ ਉਹਨਾਂ ਨੇ ਫਿਰਨੀ ਬਣਾ ਕੇ ਜੀ, ਜਦੋਂ ਮੇਰੇ ਨਾਲ ਵਾਅਦਾ ਕਰਿਆ ਉਹਨੇ ਕਹਿੰਦਾ ਵੀ ਤੂੰ ਮੇਰੀ ਫਿਰਨੀ ਇਹ ਬਣਾ। ਆਪਦੀ ਉਹਨੇ ਘੱਟੋ ਘੱਟ ਮੈਨੂੰ ਲੱਗਦਾ 2 ਲੱਖ ਰੁਪਇਆ ਉਹਦੀ ਫਿਰਨੀ ਦੇ ਉੱਤੇ ਉਹਨੇ ਲਵਾਇਆ ਜੀ। ਲਵਾਉਣ ਤੋਂ ਬਾਅਦ ਮੈਨੇ ਜਦੋਂ ਉੱਥੋਂ ਆਪਦਾ ਕੰਮ ਸ਼ੁਰੂ ਕਰਨ ਲੱਗਿਆ, ਨਾਲ ਦੀ ਨਾਲ ਸਾਡੇ ਤੇ ਉਹਨਾਂ ਨੇ ਕੇਸ ਠੋਕਤਾ ਜੀ ਵੀ ਇਹ ਜੇ ਸਾਡੇ ਘਰਾਂ ਦੇ ਵਿੱਚ ਇੰਨਾ ਮੁਸ਼ਕ ਆਉਂਦਾ, ਬਿਲਕੁਲ ਨਾਲ ਲਈ ਘਰ। ਅਤੇ ਦੂਜਾ ਨੰਬਰ ਇਹ ਆ ਵੀ ਜਦੋਂ ਸਾਡੇ ਬੱਚੇ ਬਿਮਾਰ ਹੁੰਦੇ ਨੇ, ਅਸੀਂ 2-2 ਮਹੀਨੇ ਬੱਚਿਆਂ ਨੂੰ ਦਵਾਈ ਜਿਹੜਾ ਮੁਸ਼ਕ ਦੇ ਕਾਰਨ। ਇਹ ਬਿਲਕੁਲ ਇਹ ਝੂਠੇ ਵਾਅਦੇ ਕਰ ਸਾਤੋਂ ਵੋਟਾਂ ਲੈਂਦੇ ਨੇ। ਵੋਟਾਂ ਲੈ ਕੇ ਸਾਨੂੰ ਬੁੱਧੂ ਬਣਾ ਕੇ ਚਲੇ ਜਾਂਦੇ ਨੇ। ਦੇਵਮਾਨ ਉਰੇ ਆਇਆ ਰਾਤਾਂ ਨੂੰ, ਫਿਰ ਵੋਟਾਂ ਮੰਗਦਾ ਸੀ। ਅੱਜ ਉਹਦੇ ਦਫ਼ਤਰ ਗਏ, ਉਹ ਬਾਹਰ ਜਾ ਕੇ ਬਹਿ ਗਿਆ। ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪ੍ਰਦਰਸ਼ਨ ਸੀਗਾ। ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਮੌਕੇ ਦੀ ਸਰਕਾਰ ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ। ਮੁਰਦਾਬਾਦ। ਇਹ ਜੀ ਸਾਤੋਂ ਇਹ ਹਰ ਸਾਲ ਆ ਕੇ ਵੋਟਾਂ ਮੰਗਣ ਆਉਂਦੇ ਨੇ। ਵੋਟਾਂ ਮੰਗ ਕੇ ਸਾਡੇ ਨਾਲ ਵਾਅਦੇ ਕਰਦੇ ਨੇ ਵੀ ਤੁਹਾਡੀ ਇਹ ਅਸੀਂ ਦੀਵਾਰ ਬਣਾਵਾਂਗੇ। ਤੇ ਇਹਨਾਂ ਦਾ ਜਿਹੜਾ ਪਹਿਲਾਂ ਕੰਮ ਕਰਿਆ 2015 ਦੇ ਵਿੱਚ ਲਾਲਕਾ ਸੀਗਾ, ਕਾਂਗਰਸ ਪਾਰਟੀ ਆ ਗਈ, ਸਾਡੇ ਨਾਲ ਝੂਠੇ ਵਾਅਦੇ ਹੁੰਦੇ ਨੇ, ਸਾਡੇ ਨਾਲ ਹਰ ਵਾਰੀ ਧੋਖਾ ਹੁੰਦਾ ਹੈ। ਇਹ ਕਹਿੰਦੇ ਨੇ ਵੀ ਤੁਹਾਡੀ ਅਸੀਂ ਦੀਵਾਰ ਬਣਾ ਕੇ ਤੁਹਾਡੀ ਬੀਹੀ ਨੀਵੀਂ ਕਰਕੇ ਤੁਹਾਡਾ ਪਾਣੀ ਦਾ ਨਿਕਾਸ ਬਰਾ ਕਰਾਂਗੇ। ਇੱਥੇ ਸਾਰਾ ਜਿੰਨਾ ਵਿਹੜਿਆਂ ਦਾ ਪਾਣੀ ਆ ਉਹ ਸਾਰਾ ਮੇਰੇ ਅੰਦਰ ਆਉਂਦਾ ਜੀ। ਮੇਰਾ ਮਕਾਨ ਡਿੱਗਣ ਨੂੰ ਤਿਆਰ ਆ। ਅੱਜ ਮੈਂ ਇਹ ਗੱਲ ਕਹਿ ਰਿਹਾ, ਜੇ ਕੱਲ ਨੂੰ ਮੇਰਾ ਕੋਈ ਵੱਡਾ ਨਵਾਂ ਨੁਕਸਾਨ ਹੋ ਗਿਆ ਜਾਂ ਕੋਈ ਮਰ ਗਿਆ, ਕੋਈ ਗੱਲਬਾਤ ਆ, ਤਾਂ ਇਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਜੀ, ਪੰਚਾਇਤ ਜ਼ਿੰਮੇਵਾਰ ਆ। ਅਸੀਂ ਸਰਪੰਚ ਸਾਹਿਬ ਸੰਮਤੀ ਨਾਲ ਬਣਾਇਆ ਹੋਇਆ, ਮੈਂਬਰ ਸਾਹਿਬ ਸਰਪੰਚ ਸੰਮਤੀ ਨਾਲ ਬਣਾਏ ਹੋਏ ਨੇ। ਤੇ ਇਹਨਾਂ ਨੂੰ ਸਰਪੰਚ ਸਾਹਿਬ ਨੂੰ ਬੇਨਤੀ ਕੀਤੀ ਹੈ ਵੀ ਇਹ ਹੱਲ ਕਰੋ। ਤਾਂ ਇਹਨਾਂ ਦਾ ਕਹਿਣਾ ਇਹ ਹੈ ਵੀ ਮੈਂ ਇਹਨਾਂ ਦਾ ਹੱਲ ਕਰ ਦਿੰਦਾ। ਇਹਨਾਂ ਦੇ ਉੱਪਰ ਇਹਨਾਂ ਮੈਂਬਰ ਸਾਹਿਬ ਨੇ ਆ ਕੇ ਉੱਪਰ ਇਹਨਾਂ ਦੇ ਕੇਸ ਲਾਤਾ ਜੀ। ਸੰਮਤੀ ਨਾਲ ਸਰਪੰਚ ਬਣਿਆ, ਮੈਂਬਰ ਨੇ ਆਪਣੀ ਸਾਰੀ ਬੀਹੀ ਤਿਆਰ ਕਰਵਾ ਲਈ। ਉਧਰੋਂ ਉਰੇ ਆ ਕੇ ਇਹਨਾਂ ਦੇ ਉੱਪਰ ਕੇਸ ਲਾਤਾ, ਮੇਰੀ ਜ਼ਮੀਨ ਦੱਬ ਰਹੇ ਨੇ ਜੀ। ਜਦੋਂ ਕਿ ਇਹਨਾਂ ਨੇ ਸੰਮਤੀ ਨਾਲ ਸਾਨੂੰ ਗੁਰਦੁਆਰਾ ਸਾਹਿਬ 'ਚ ਵੀ ਕਿਹਾ ਸੀ ਵੀ ਅਸੀਂ ਕੰਧ ਬਣਾਵਾਂਗੇ, ਦੀਵਾਰ ਬਣਾਵਾਂਗੇ, ਦੀਵਾਰ ਬਣਾ ਕੇ ਤੁਹਾਡਾ ਪੱਕੇ ਪੈਰੀ ਕੰਮ ਕਰਾਂਗੇ ਤਾਂ ਕਿ ਤੁਹਾਡਾ ਕੋਈ ਨੁਕਸਾਨ ਨਾ ਹੋਵੇ। ਕੱਲ ਨੂੰ ਮੇਰਾ ਕੋਈ ਨੁਕਸਾਨ ਹੋ ਗਿਆ ਕਿਸੇ ਤਰ੍ਹਾਂ ਦਾ ਵੀ, ਤਾਂ ਇਹਦਾ ਜ਼ਿੰਮੇਵਾਰ ਮੈਂਬਰ ਹੋਣਗੇ ਜਾਂ ਪ੍ਰਸ਼ਾਸਨ ਜ਼ਿੰਮੇਵਾਰ ਹੈ ਜੀ। ਪ੍ਰਸ਼ਾਸਨ ਨੂੰ ਵੀ ਮੇਰਾ ਪਾਣੀ ਦਾ ਜਿਹੜਾ ਇਹ ਨਿਕਾਸ ਹੈ, ਇਹ ਮੇਰੇ ਅੰਦਰ ਆਉਂਦਾ 10-12-15 ਘਰਾਂ ਦਾ ਪਾਣੀ ਹੈ, ਇਹ ਬਾਹਰ ਕੱਢਿਆ ਜਾਵੇ, ਇਹਨੂੰ ਨੀਵਾਂ ਕਰਿਆ ਜਾਵੇ, ਇਹਨੂੰ ਦੀਵਾਰ ਬਣਾਈ ਜਾਵੇ। ਜੀ ਸਾਨੂੰ ਕਲੰਗਾਵਾੜੀ ਦੀ ਬਹੁਤ ਸਮੱਸਿਆ ਹੈ ਜੀ। ਜਦੋਂ ਕਿਸੇ ਵੀ ਪਿੰਡ ਦਾ ਕੋਈ ਵੀ ਡੰਗਰ ਮਰਦਾ ਤਾਂ ਸਾਨੂੰ ਬਹੁਤ ਔਖਾ ਹੁੰਦਾ। ਬਾਹਰ ਲਾ ਰੋਟੀ ਖਾਂਦੇ ਆ ਸਾਰੇ। ਨਹੀਂ ਕਿੱਥੇ ਘਰਾਂ 'ਚ ਕਰਦੇ ਜਿਵੇਂ ਬਿਲਕੁਲ ਨਜ਼ਦੀਕ। ਬਿਲਕੁਲ ਨਾਲ ਆ ਜੀ। ਇਹਦਾ ਮਸਲਾ ਹੱਲ ਹੋਣਾ ਜ਼ਰੂਰੀ ਚਾਹੀਦਾ ਜੀ। ਨਹੀਂ ਤੁਸੀਂ ਪੰਚਾਇਤ ਨੂੰ ਜਾਂ ਪ੍ਰਸ਼ਾਸਨ ਨੂੰ ਬਹੁਤ ਕਹੇ ਜੀ, ਜਿੰਨੇ ਵੀ ਹੁਣ ਤੱਕ ਪੰਚਾਇਤਾਂ ਬਣਦੀਆਂ ਸਭ ਨੂੰ ਕਹਿਣਾ, ਜਿੰਨੇ MLA ਬਣਦੇ ਨੇ ਸਭ ਨੂੰ ਕਹਿੰਦੇ ਆ। ਵੋਟਾਂ ਨੂੰ ਪਹਿਲਾਂ ਸਭ ਤੋਂ ਵਾਅਦੇ ਕਰਦੇ ਤੇ, ਪਰ ਕੋਈ ਵਾਅਦੇ ਤੇ ਪੂਰ ਨਹੀਂ ਉਤਰਿਆ। ਇਸ ਲਈ ਸਾਡਾ ਮਸਲਾ ਹੱਲ ਜ਼ਰੂਰ ਹੋਣਾ ਚਾਹੀਦਾ। ਹੁਣ ਜਿਹੜੀ ਸਰਕਾਰ ਨਵੀਂ ਬਣੀ ਉਹਨਾਂ ਤੋਂ ਕੋਈ ਉਮੀਦ ਹੈ? ਉਹਨਾਂ ਦੱਸਿਆ ਨੇ ਉਹਨੂੰ? ਹਾਂ ਜੀ, ਉਹਨਾਂ ਦੇ ਮਾਈਂਡ 'ਚ ਲਿਆਂਦਾ ਸੀਗਾ ਜੀ। ਕਿਹਦੇ? ਦੇਵਮਾਨ ਸੀ ਆਏ ਸੀਗੇ ਜੀ ਪਹਿਲਾਂ, ਜਿੱਤਣ ਤੋਂ ਪਹਿਲਾਂ ਆਏ ਸੀਗੇ ਇੱਕ ਵਾਰੀ। ਉਹ ਉਹਨਾਂ ਨੂੰ ਦਿਖਾਇਆ ਸੀ, ਉਹ ਕਹਿੰਦੇ ਵੀ ਜਿੱਤ ਜੀਏ ਫਿਰ ਉਦੋਂ ਮਸਲਾ ਹੱਲ ਕਰ ਦਾਂਗੇ। ਅੱਛਾ, ਹੁਣ ਨਹੀਂ ਕਦੇ ਮਿਲੇ? ਫਿਰ ਕੋਈ ਆਇਆ ਨਹੀਂ ਜੀ। ਤੁਸੀਂ ਨਹੀਂ ਗਏ ਹੈਗੇ? ਅਸੀਂ ਜਾ ਕੇ ਆਏ ਸੀਗੇ ਜੀ। ਉਹ ਕਹਿੰਦੇ ਅਸੀਂ ਭੇਜਾਂਗੇ ਜੀ, ਬੰਦਾ ਕੋਈ ਭੇਜਿਆ ਹੈ ਨਹੀਂ ਹਾਲ ਤੱਕ ਜੀ। ਸਾਡੀ ਸਮੱਸਿਆ ਇਹ ਬੀਹੀ ਦੀ ਹੈ ਜੀ। ਬੀਹੀ ਦੇ ਉੱਪਰੋਂ ਘਾਰੇ ਪੈਂਦੇ ਨੇ, ਮੀਂਹ ਪੈ ਕੇ ਥੱਲੇ ਡਿੱਗ ਰਹੇ, ਲੋਕਾਂ ਦੇ ਘਰ ਡਿੱਗ ਰਹੇ ਨੇ, ਸਾਡੇ ਸਾਰਿਆਂ ਦੇ ਘਰ ਡਿੱਗ ਰਹੇ ਨੇ। ਪਾਣੀ ਇੱਧਰ ਨੂੰ ਡਿੱਗਦਾ। ਪਹਿਲਾਂ ਇਹ ਸੰਮਤੀ ਨਾਲ ਮੈਂਬਰ ਬਣਾਇਆ, ਪੰਚਾਇਤ ਅਸੀਂ ਨੇ ਮੈਂਬਰ ਸਾਰੀ ਸੰਮਤੀ ਨਾਲ ਬਣਾਈ ਹੈ। ਉਸ ਤੋਂ ਬਾਅਦ ਉਹਨੇ ਆਪਦੇ ਬਾਰ ਤੱਕ ਬੀਹੀ ਬਣਾ ਕੇ ਮੈਂਬਰ ਨੇ
ਉਹ ਅੱਗੇ ਗਾਹਾਂ ਸਾਡੇ ਕੇਸ ਲਾਤਾ, ਰਹਿੰਦੀ ਖੁੰਦੀ ਬਾਰ 'ਚ ਰੂੜੀ ਲਾਤੀ, ਉਹ ਦੇਖੋ ਰਾਹ ਦੇ ਵਿੱਚ ਜਾ ਕੇ। ਅੱਛਾ, ਹੁਣ ਸਾਡੀ ਸਾਰੀ ਵੀ ਹੀ ਗਿਰ ਰਹੀ ਆ। ਉਹ ਸਾਡੇ ਪਰਾਂ ਜਿਹੜਾ ਮੋੜ ਤੇ ਘਰ ਆ ਉਹਨਾਂ ਦੀ ਮੈਸ਼ ਲੱਖ ਰੁਪਏ ਦੀ ਗਿਰ ਕੇ ਥੱਲੇ ਮਰ ਗਈ। ਅੱਛਾ, ਗਰੀਬ ਆਦਮੀ ਦਾ ਨੁਕਸਾਨ ਹੋ ਗਿਆ, ਉਹ ਕੌਣ ਭਰੂਗਾ ਜੀ? ਕੱਲ ਨੂੰ ਕੋਈ ਸਾਡਾ ਬੱਚਾ ਮੋਟਰਸਾਈਕਲ ਤੇ ਜਾਂਦਾ ਜਾਂ ਚੌੜ ਕਰਦਾ ਡਿੱਗ ਜੇ ਇੱਥੇ ਗਰਦਨ ਟੁੱਟ ਜੂ, ਕੌਣ ਜ਼ਿੰਮੇਵਾਰ ਆ ਜੀ? ਬਿਲਕੁਲ। ਇਹ ਬਿਲਕੁਲ ਇਹ ਝੂਠੇ ਵਾਅਦੇ ਕਰ ਸਾਤੋਂ ਵੋਟਾਂ ਲੈਂਦੇ ਨੇ। ਵੋਟਾਂ ਲੈ ਕੇ ਸਾਨੂੰ ਬੁੱਧੂ ਬਣਾ ਕੇ ਚਲੇ ਜਾਂਦੇ ਨੇ। ਦੇਵਮਾਨ ਉਰੇ ਆਇਆ ਰਾਤਾਂ ਨੂੰ, ਫਿਰ ਵੋਟਾਂ ਮੰਗਦਾ ਸੀ। ਅੱਜ ਉਹਦੇ ਦਫ਼ਤਰ ਗਏ, ਉਹ ਬਾਹਰ ਜਾ ਕੇ ਬਹਿ ਗਿਆ। ਉਹਨੂੰ ਅਸੀਂ ਵੋਟਾਂ ਪਾਈਆਂ ਸੀ ਵੀ ਤੂੰ ਕੈਨੇਡਾ ਜੀ ਇੰਗਲੈਂਡ 'ਚ ਚੱਲ ਚਲਾ ਜੀ ਸਾਤੋਂ ਵੋਟਾਂ ਲੈ ਕੇ। ਸਾਡਾ ਜਿਵੇਂ ਵੋਟਾਂ ਨੂੰ ਆ ਕੇ ਸਾਡੇ ਘਰੇ ਆ ਕੇ ਸਾਨੂੰ ਮਿੰਨਤਾਂ ਕਰਦੇ ਸੀ, ਸਾਨੂੰ ਵੋਟਾਂ, ਸਾਨੂੰ ਇੱਕ ਵਾਰੀ ਮੌਕਾ ਦਿਓ, ਹੱਥ ਬੰਨ ਕਹਿ ਰਿਹਾ ਸੀ ਸਾਨੂੰ ਇੱਕ ਵਾਰੀ ਮੌਕਾ ਦਿਓ। ਅਸੀਂ ਤਾਂ ਮੌਕਾ ਦੇਤਾ, ਸਾਨੂੰ ਵੀ ਮੌਕਾ ਦੇ ਦੇਵੇ ਜੀਣ ਦਾ। ਹੁਣ ਤਿੰਨੇ ਸਰਕਾਰਾਂ ਆਈਆਂ ਨੇ, ਕਾਲੀਆਂ ਵਾਲੇ ਵੀ ਇਹੀ ਕਰਕੇ ਚਲੇ ਗਏ, ਕਾਂਗਰਸ ਵੀ ਇਹੀ ਚਲੀ ਗਈ। ਆ ਹੁਣ ਝਾੜੂ ਵਾਲੇ ਆਏ ਨੇ, ਇਹਨਾਂ ਨੇ ਝਾੜੂ ਫੇਰ ਤਾਂ ਦੂਏ ਲੋਟੇ ਜਮੀ। ਇਹ ਮੁੜ ਕੇ ਖਬਰ ਹੀ ਨਹੀਂ ਲੈਂਦੇ, ਉਹ ਦਫ਼ਤਰ 'ਚ ਹੀ ਨਹੀਂ ਰਹਿ ਰਿਹਾ। ਦੱਸੋ ਅਸੀਂ ਕਿਹਦੇ ਲਵੇ ਬੇਨਤੀ ਕਰੀਏ? ਘਰ ਸਾਡੇ ਡਿੱਗੇ ਪਏ ਨੇ, ਘਰਾਂ ਵਾਲੇ ਸਾਡੇ ਪੈਸੇ ਆਉਂਦੇ ਨੇ, ਫਾਰਮ ਭਰਦੇ ਆ, ਉਹ ਸਾਡੇ ਰੱਦ ਹੋ ਜਾਂਦੇ ਨੇ। ਪਤਾ ਨਹੀਂ ਕੌਣ ਖਤਮ ਕਰ ਦਿੰਦਾ। ਇਹੀ ਮੈਂਬਰ ਸਰਪੰਚ, ਇਹੀ ਪੰਚਾਇਤ ਵਾਲੇ ਨੇ ਜਿਹੜੇ, ਇਹੀ ਜਾਂਦੇ ਨੇ। ਸਰਪੰਚ ਇਕੱਲਾ ਕੀ ਕਰੇ? ਸਰਪੰਚ ਸਾਡੇ ਨਾਲ ਆ, ਇਹਦਾ ਜਿਵੇਂ ਵਿਚਾਰਾ ਖੜਾ ਕੋਲੇ ਖੜਾ ਸਾਡੇ ਨਾਲ। ਇਹ ਮੈਂਬਰ ਸਾਡੀ ਕੋਈ ਹੈਲਪ ਨਹੀਂ ਕਰਨ ਦਿੰਦੇ, ਸਾਡਾ ਕੋਈ ਕੰਮ ਦਾ ਪਿੰਡ ਦੇ ਵਿੱਚ ਚੱਲਣ ਨਹੀਂ ਦੇ ਰਹੇ। ਸਰਕਾਰ ਨੂੰ ਕੀ ਕਹਿਣਾ ਚਾਹੁੰਦੇ? ਸਰਕਾਰ ਤੋਂ ਇਹ ਮੰਗ ਕਰਦੇ ਆ ਜੀ, ਮਾਨ ਸਾਹਿਬ ਤੋਂ, ਵੀ ਸਾਡੀ ਇਹ ਸਮੱਸਿਆ ਹੱਲ ਕਰੋ। ਸਾਡੇ ਘਰ ਡਿੱਗਣ ਨੂੰ ਤਿਆਰ ਨੇ, ਸਾਡੀ ਬੀਹੀ ਬਣਨੀ ਚਾਹੀਦੀ ਆ। ਇਹਦੀ ਦੀਵਾਰ ਨਿਕਲ ਕੇ ਸਾਡੀ ਇਹ ਮਜ਼ਬੂਤੀ ਹੋਣੀ ਚਾਹੀਦੀ ਆ। ਬਾਕੀ ਕੱਚੇ ਘਰਾਂ ਦੇ ਪੈਸੇ ਲੋਕਾਂ ਦੇ ਆਏ ਪਏ ਨੇ, ਗਰੀਬਾਂ ਦੇ ਮੁੜੇ ਪਏ ਨੇ, ਘਰ ਡਿੱਗ ਰਹੇ ਨੇ। ਮੇਰਾ ਉਹ ਘਰ ਡਿੱਗਿਆ ਪਿਆ, ਜਾ ਕੇ ਦੇਖ ਸਕਦੇ ਹੋ ਇਸ ਟਾਈਮ। ਇਹ ਵੀ ਘਰ ਡਿੱਗਣ ਨੂੰ ਤਿਆਰ ਆ ਜੀ। ਇਹ ਮਸਲਾ ਹੱਲ ਹੋਣਾ ਚਾਹੀਦਾ। ਜਿਹੜੇ ਮੇਨ ਮਸਲੇ ਨੇ ਜੀ, ਕੰਧ ਨਿਕਲਣੀ ਚਾਹੀਦੀ। ਜਦ ਤੱਕ ਕੰਧ ਨਹੀਂ ਨਿਕਲਦੀ, ਜਦ ਤੱਕ ਬੀਹੀ ਨਹੀਂ ਕਹਿੰਦੀ। ਅੱਛਾ, ਪਹਿਲਾਂ ਕੰਧ ਨਿਕਲੇ ਜੀ, ਫੇਰ ਗਲੀ ਬਣੂਗੀ। ਇਹ ਹੈ ਜੀ। ਕੀ ਨਾਮ ਹੈ ਤੁਹਾਡਾ? ਮੈਂ ਬਲਜਿੰਦਰ ਸਿੰਘ ਜੀ, ਪਿੰਡ ਗੇਤਾ, ਮੌਜੂਦਾ ਟਾਈਮ ਸਰਪੰਚ ਜੀ। ਸਮੱਸਿਆ ਕੀ ਹੈ ਜੀ? ਸਮੱਸਿਆ ਤਾਂ ਜੀ ਇਹੀ ਹੈ ਕਿ ਜਦੋਂ ਹਰੇਕ ਵਾਰੀ ਇਹ ਪੰਚਾਇਤ ਵਿਚਾਰੇ ਬਣਾਉਂਦੇ ਰਹਿੰਦੇ ਨੇਗੇ ਜੀ। ਦੇਖੋ, ਕੋਈ ਵੀ ਆਉਂਦਾ ਹੈ, ਕਹਿ ਦਿੰਦੇ ਨੇ ਵੀ ਚਲੋ ਤੁਸੀਂ ਸਾਨੂੰ ਵੋਟਾਂ ਪਾਓ ਜੀ, ਅਸੀਂ ਸਾਨੂੰ ਸਰਪੰਚ ਬਣਾਓ, ਮੈਂਬਰ ਬਣਾਓ। ਇਹ ਵਿਚਾਰੇ ਜਿਵੇਂ ਕਹਿੰਦੇ ਨੇ ਮਗਰ ਲੱਗ ਜਾਂਦੇ ਨੇ ਜੀ। ਹਰੇਕ ਪਿੰਡਾਂ ਦੇ ਵਿੱਚ ਹੁੰਦਾ ਵੀ ਆਲਾ ਕਹਿੰਦਾ ਵੀ ਯਾਰ ਉਹ ਬੰਦਾ ਡਿੱਕਾ ਲਾਉਂਦਾ। ਉਹ ਸਾਡੇ ਤਾਂ ਆਪਦੀ ਨੇ ਜੀ, ਜਿਹੜੇ ਵਿੱਚ ਟੰਗਾਂ ਡਾਹ ਰਹੇ ਨੇਗੇ। ਖੁਦ ਇਹ ਜਿਹਦੀ ਜ਼ਮੀਨ ਹੈਗੀ, ਖੁਦ ਸਾਡਾ ਮੈਂਬਰ ਹੈਗਾ, ਆਪਦੀ ਸਾਰੀ ਉਹਨਾਂ ਨੇ ਫਿਰਨੀ ਬਣਾ ਕੇ ਜੀ। ਜਦੋਂ ਮੇਰੇ ਨਾਲ ਵਾਅਦਾ ਕਰਿਆ, ਉਹਨੇ ਕਹਿੰਦਾ ਵੀ ਤੂੰ ਮੇਰੀ ਫਿਰਨੀ ਇਹ ਬਣਾ ਆਪਦੀ। ਉਹਨੇ ਘੱਟੋ ਘੱਟ ਮਿਲਦਾ ਤਾਂ 2 ਲੱਖ ਰੁਪਇਆ ਉਹਦੀ ਫਿਰਨੀ ਦੇ ਉੱਤੇ ਉਹਨੇ ਲਵਾਇਆ ਜੀ। ਲਵਾਉਣ ਤੋਂ ਬਾਅਦ ਮੈਨੇ ਜਦੋਂ ਉੱਥੋਂ ਆਪਦਾ ਕੰਮ ਸ਼ੁਰੂ ਕਰਨ ਲੱਗਿਆ, ਨਾਲ ਦੀ ਨਾਲ ਸਾਡੇ ਤੇ ਉਹਨਾਂ ਨੇ ਕੇਸ ਠੋਕਤਾ ਜੀ ਵੀ ਇਹੋ ਜਿਹੇ ਜਿਹੜੇ ਮੈਂਬਰ ਕੋਈ ਵੀ ਕਿਤੇ ਚੁਣੇ ਜਾਂਦੇ ਨੇ, ਇਹਨੂੰ ਸਸਪੈਂਡ ਕਰਨਾ ਚਾਹੀਦਾ ਜੀ। ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰ ਦਿਆਂਗੇ। ਪੰਚਾਇਤੀ ਕੰਮ ਦੇ ਵਿੱਚ ਕਿਉਂ ਇਹ ਵਿਘਨ ਪਾਉਂਦੇ ਨੇ ਜੀ? ਦੱਸੋ। ਵੀ ਹੈ ਇਹ ਸਾਡੇ ਘਰਾਂ ਦੇ ਬਿਲਕੁਲ ਵਿੱਚ ਹੈ। ਇਹਦਾ ਕੋਈ ਮਸਲਾ ਹੱਲ ਕਰਿਆ ਜਾਵੇ, ਇਹਨੂੰ ਕਿਤੇ ਲਿਜਾਇਆ ਜਾਵੇ ਜਾਂ ਠੇਕੇਦਾਰੀ ਸਿਸਟਮ ਤੇ ਕਿਤੇ ਇਹ ਭੇਜੀ ਜਾਵੇ। ਸਾਡੇ ਘਰਾਂ ਦੇ ਵਿੱਚ ਇੰਨਾ ਮੁਸ਼ਕ ਆਉਂਦਾ, ਬਿਲਕੁਲ ਨਾਲ ਲਈ ਘਰ। ਅਤੇ ਦੂਜਾ ਨੰਬਰ ਇਹ ਆ ਵੀ ਜਦੋਂ ਸਾਡੇ ਬੱਚੇ ਬਿਮਾਰ ਹੁੰਦੇ ਨੇ, ਅਸੀਂ 2-2 ਮਹੀਨੇ ਬੱਚਿਆਂ ਨੂੰ ਦਵਾਈ ਜਿਹੜੇ ਮੁਸ਼ਕ ਦੇ ਕਾਰਨ। ਰਿਸ਼ਤੇਦਾਰਾਂ ਨੂੰ ਅਸੀਂ ਫੋਨ ਕਰਕੇ ਕਹਿੰਦੇ ਆ ਵੀ ਸਾਡੇ ਇੱਧਰ ਡੰਗਰ ਪਸ਼ੂ ਮਰੇ ਪਏ ਨੇ, ਰਿਸ਼ਤੇਦਾਰ ਨੂੰ ਕਹਿ ਕੇ ਦੇਖ ਕੇ ਬੁਲਾਉਣਾ ਪੈਂਦਾ। ਮੁਸ਼ਕ ਬਹੁਤ ਜ਼ਿਆਦਾ ਆ ਰਹੀ ਹੈ। ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਬੇਨਤੀ ਆ, ਦੇਮਾਨ ਸਾਹਿਬ ਨੂੰ ਬਾਰ-ਬਾਰ ਕਹਿੰਦੇ ਆ, ਰਾਤ ਨੂੰ ਉਰੇ ਦੇਮਾਨ ਟੌਰਚਾਂ ਲਾ ਕੇ ਵੋਟਾਂ ਲੈਣ ਤੋਂ ਪਹਿਲਾਂ ਉਰੇ ਪਹੁੰਚਿਆ, ਆ ਕੇ ਦੇਖ ਕੇ ਗਿਆ, ਮੁੜ ਕੇ ਉਹ ਮੌਕਾ ਦੇਖਣ ਤੱਕ ਵੀ ਨਹੀਂ ਆਉਂਦਾ ਹੈਗਾ। ਇਹ ਨਵੀਂ ਸਰਕਾਰ ਤੇ ਉਮੀਦ ਲਿਆਉਂਦੇ ਆ ਵੀ ਸਾਡਾ ਇਹ ਜਿਹੜਾ ਨਰਕ ਜ਼ਿੰਦਗੀ ਆ, ਇਹਨੂੰ ਸਮੱਸਿਆ ਦੇ ਵਿੱਚ ਲਿਆ ਜਾਵੇ ਔਰ ਇਹਦਾ ਹੱਲ ਕਰਿਆ ਜਾਵੇ। ਵੀਰ ਜੀ ਬੇਨਤੀ ਆ ਕਿ ਅਸੀਂ ਬਿਮਾਰੀ ਨਾਲ, ਇਸੀ ਬਿਮਾਰੀ ਨਾਲ ਜ਼ਿਆਦਾ ਬਿਮਾਰ ਹੁੰਦੇ ਆ। ਸਾਡੇ ਘਰਾਂ ਦੇ ਵਿੱਚ ਅਸੀਂ ਰੋਟੀ ਖਾਂਦੇ ਆ ਤਾਂ ਅੰਦਰ ਕੁੰਡੇ ਲਾ ਕੇ ਖਾਂਦੇ ਆ। ਆਹੀ ਸਮੱਸਿਆ ਸਾਡੇ ਜਿਹੜੀ ਕਰੰਗਾਵਾੜੀ ਹੈ। ਤੁਸੀਂ ਦੇਖੋ ਜਮਾ ਚੁੱਲ੍ਹਿਆਂ ਤੇ ਚੁੱਲ੍ਹੇ ਨੇ ਸਾਡੇ ਲਵੇ। ਇੰਨਾ ਔਖਾ ਹੋਇਆ ਨਾ, ਨਿੱਕੇ ਬੱਚੇ ਨੇ ਕਿ ਬਿਮਾਰ ਹੋ ਜਾਂਦੇ, ਸਕੂਲਾਂ 'ਚ ਭੇਜਦੇ। ਕਈ ਵਾਰ ਤਾਂ ਰਿਸ਼ਤੇਦਾਰੀਆਂ 'ਚ ਬੱਚੇ ਕਈ ਦਿਨ ਛੱਡਣੇ ਪੈਂਦੇ ਨੇ ਜਦ ਜ਼ਿਆਦਾ ਹੋ ਜਾਂਦਾ। 5-5 4 ਡੰਗਰ ਇਕੱਠੇ ਆ ਜਾਂਦੇ ਨੇ। ਤੁਹਾਨੂੰ ਪਤਾ ਉਹਨਾਂ ਦੇ ਵਿੱਚ ਕੀੜੇ ਵੀ ਪੈਂਦੇ ਨੇ, ਮੁਸ਼ਕ ਬਹੁਤ ਭੈੜੀ ਆਉਂਦੀ ਆ ਵੀਰ ਜੀ। ਕਿਸੇ ਲੀਡਰ ਨੂੰ ਕਿਹਾ ਨਹੀਂ ਕਦੇ? ਵੀਰ ਜੀ ਬਹੁਤ ਗਿਆ। ਜਿਹੜਾ ਵੀ ਕੋਈ ਸਰਪੰਚ ਵੋਟ ਮੰਗਣਾ ਆਉਂਦਾ, ਲੀਡਰ ਵੋਟ ਮੰਗਣਾ ਆਉਂਦਾ, ਅਸੀਂ ਪਹਿਲਾਂ ਇਹੀ ਦਿਖਾਉਂਦੇ ਆ ਵੀ ਸਾਨੂੰ ਕਾਸੇ ਦੀ ਮੰਗ ਨਹੀਂ, ਸਾਡੀ ਆਹ ਕਰਿਆ ਜਾਵੇ ਹੱਲ। ਪਰ ਅੱਜ ਤੱਕ ਸਾਡੀ ਸੁਣਵਾਈ ਹੀ ਨਹੀਂ ਹੋਈ ਵੀਰ ਜੀ, ਸੁਣਵਾਈ ਨਹੀਂ ਹੋਈ। ਹੁਣ ਸਰਪੰਚ ਉਹ ਸਾਡਾ ਮੁੰਡਾ ਆਪਦੀ ਹੈ, ਸਹਿਮਤ ਹੈ, ਇਹ ਕਹਿੰਦਾ ਬਣੋ ਨਾਲ ਚੱਲੋ ਮੈਂ ਕਰਾਉਣਾ। ਹੁਣ ਇਹਦੀ ਪੁੱਗਦੀ ਨਹੀਂ ਵੀਰ ਜੀ, ਪੁੱਗਣ ਨਹੀਂ ਦਿੰਦੇ ਇਹਦੇ। ਪੰਤ ਸਿੰਘ ਪੰਚਾਇਤ ਮੈਂਬਰ ਹਾਂ ਜੀ। ਇਹ ਨਹੀਂ ਮੰਨ ਦਿੰਦੇ ਵਿਹੜੇ ਵਾਲੇ, ਕਹਿੰਦੇ ਉਹ ਕੰਧ ਜੀ ਮੇਰੀ ਆਪਦੀ ਜਿਹੜੀ ਜ਼ਮੀਨ ਹੈ, ਮੈਂ ਆਪਦੀ ਜ਼ਮੀਨ ਸਟੇ ਲਈ ਵੀ ਇਹ ਆਪਦੀ ਜ਼ਮੀਨ ਕਰ ਸਕਦੇ ਨੇ। ਮੇਰੀ ਆਪਦੀ ਜ਼ਮੀਨ ਦੀ ਸਟੇ ਲਈ ਵੀ ਅਦਾਲਤ ਤੋਂ ਨਹੀਂ ਰੋਕ। ਕੰਧ ਤੇ ਕਿਉਂ? ਕੰਧ ਤੇ ਕੋਈ ਰੋਕ ਨਹੀਂ ਹੈ ਜੀ। ਅੱਛਾ, ਉਹ ਆਪਦੀ ਜ਼ਮੀਨ 'ਚ ਕਢਾ ਕਰਾ ਸਕਦੇ ਨੇ ਜੋ ਵੀ ਹੈ, ਜੋ ਮੇਰੀ ਜ਼ਮੀਨ 'ਚ ਬਣੀ ਵੀ ਹੈ। ਇਹਨਾਂ ਸਾਰਿਆਂ ਨੇ, ਇਹਨਾਂ ਨੇ ਆਪ ਮਿਹਨਤੀ ਕਰਵਾਈ ਤੀ। ਉਹ ਤਕਰੀਬਨ 8-7 ਫੁੱਟ ਉਹ ਜਗ੍ਹਾ ਮੇਰੀ ਆ ਰਹੀ ਹੈ ਉੱਪਰ ਜਿੱਥੇ ਵੀ ਹੈ। ਅੱਛਾ ਜੀ।
ਹਾਂਜੀ ਤੇ ਬਹਿ ਕੇ ਨੀ ਕੋਈ ਮਸਲਾ ਹੱਲ ਹੋਇਆ? ਬਹਿ ਕੇ ਮਸਲਾ ਹੁੰਦਾ ਸੀ, ਇਹ ਕਹਿੰਦੇ ਅਸੀਂ ਧੱਕੇ ਨਾ ਕਰਾਵਾਂਗੇ, ਕੁੱਟ ਕੇ ਕਰਾਵਾਂਗੇ, ਇਹ ਕਰਾਂਗੇ, ਉਹ ਕਰਾਂਗੇ। ਅੱਛਾ ਮਸਲਾ ਹੋ ਰਿਹਾ ਸੀ, ਹੱਲ ਹੋ ਜਾਂਦਾ ਮਸਲਾ। ਉਦੋਂ ਬਾਅਦ ਜਾ ਕੇ ਇਹਨੇ ਵੀ ਅਸੀਂ ਧੱਕੇ ਨਾਲ ਇਹਨਾਂ ਨੂੰ ਕੁੱਟ ਕੇ ਕਰਵਾਵਾਂਗੇ, ਫਿਰ ਅਸੀਂ ਮੈਂ ਸਟੇ ਲੈ ਲਈ। ਸਟੇ ਹੋਈ ਹੋਈ ਹੈ। ਹਾਂਜੀ